ਧਾਲੀਵਾਲ ਕਲਾਸਿਸ ਦੇ ਵਿੱਚ, ਜਿਸ ਦੇ ਵਿੱਚ ਗੱਲਬਾਤ ਹੋ ਰਹੀ ਹੈ ਜੀ ਮਾਸਟਰ ਕੇਡਰ ਦੀ ਜੋ ਕਲਾਸ ਹੈ ਉਸ ਦੇ ਵਿੱਚ ਕਹਾਣੀਕਾਰ ਸੀਰੀਜ਼ ਚੱਲ ਰਹੀ ਹੈ। ਉਹਦੇ ਵਿੱਚ ਆਪਾਂ ਵਿਸ਼ੇਸ਼ ਪਾਠ ਜੋ ਹੁੰਦਾ ਸਿਰਫ ਜਿਸ ਦਾ ਫੋਕਸ ਕੀ ਹੁੰਦਾ ਜੀ ਕਹਾਣੀਕਾਰ ਦੇ ਪੱਖ ਤੋਂ ਆਪਾਂ ਗੱਲ ਕਰਦੇ ਹਾਂ ਕਿ ਉਸਨੇ ਕਿਹੜੀਆਂ ਕਿਹੜੀਆਂ ਕਹਾਣੀਆਂ ਲਿਖੀਆਂ ਨੇ ਅਤੇ ਉਹਨਾਂ ਦੇ ਵਿਸ਼ੇ ਕਿਹੜੇ ਨੇ, ਅਤੇ ਉਹ ਕਹਾਣੀ ਸੰਗ੍ਰਹਿ ਦੇ ਵਿੱਚੋਂ ਜੋ ਪ੍ਰਸਿੱਧ ਕਹਾਣੀ ਹੈ ਉਸ ਦਾ ਆਪਾਂ ਜ਼ਿਕਰ ਕਰਦੇ ਹਾਂ। ਤਾਂ ਇਸੇ ਸੀਰੀਜ਼ ਦੇ ਵਿੱਚ ਆਪਾਂ ਅਗਲਾ ਪਾਠ ਕਰ ਰਹੇ ਹਾਂ ਜੀ। ਅਗਲਾ ਪਾਠ ਹੈਗਾ ਜੀ ਆਪਣਾ ਸੰਬੰਧਿਤ ਬਰਿਆਮ ਸਿੰਘ ਸੰਧੂ ਦੇ ਨਾਲ। ਉਹਨਾਂ ਦਾ ਜੋ ਕਹਾਣੀ ਖੇਤਰ ਵਿੱਚ ਯੋਗਦਾਨ ਹੈ ਅੱਜ ਆਪਾਂ ਉਸ ਦੀ ਚਰਚਾ ਕਰਾਂਗੇ। ਉਹਨਾਂ ਦੀਆਂ ਕਿਹੜੀਆਂ ਕਿਹੜੀਆਂ ਕਹਾਣੀਆਂ ਬਹੁਤ ਹੀ ਜ਼ਿਆਦਾ ਪ੍ਰਸਿੱਧ ਨੇ ਉਹਨਾਂ ਦੀ ਚਰਚਾ ਕਰਾਂਗੇ। ਅਤੇ ਇਸ ਤੋਂ ਇਲਾਵਾ ਆਪਾਂ ਗੱਲਬਾਤ ਕਰਾਂਗੇ ਕਿ ਉਹਨਾਂ ਦੇ ਕਿਹੜੇ ਕਿਹੜੇ ਕਹਾਣੀ ਸੰਗ੍ਰਹਿ ਨੇ ਜੋ ਬਹੁਤ ਹੀ ਜ਼ਿਆਦਾ ਪ੍ਰਸਿੱਧ ਹੋਏ ਨੇ, ਉਹਨਾਂ ਦੇ ਆਪਾਂ ਜ਼ਿਕਰ ਕਰਾਂਗੇ। ਗੱਲ ਕਰਦੇ ਹਾਂ ਜੀ ਫਸਟ ਉਹਨਾਂ ਦੇ ਕਹਾਣੀ ਸੰਗ੍ਰਹਿਾਂ ਦੀ। ਬਰਿਆਮ ਸਿੰਘ ਸੰਧੂ ਦੇ ਜੋ ਕਹਾਣੀ ਸੰਗ੍ਰਹਿ ਨੇ ਜੀ ਉਹਨਾਂ ਦੀ ਆਪਾਂ ਗੱਲ ਕਰੀਏ, ਸਭ ਤੋਂ ਪਹਿਲਾਂ ਸ਼ਬਦਾ ਜੀ ਲੋਹੇ ਦੇ ਹੱਥ 1971 ਦੇ ਵਿੱਚ, ਅੰਗ ਸੰਗ, ਠੀਕ ਹੈ ਜੀ, ਭੱਜੀ ਬਾਹੀਂ, ਚੌਥੀ ਕੂਟ। ਉਦੋਂ ਬਾਅਦ ਸਮੁੱਚੀਆਂ ਕਹਾਣੀਆਂ ਦਾ ਜੀ ਉਹਨਾਂ ਦਾ ਤਿਲਕ ਫੁੱਲ ਸ਼ਬਦ ਹੈਗਾ 2000 ਦੇ ਵਿੱਚ, ਕਰਵਟ 73 ਦੇ ਵਿੱਚ ਉਹਨੂੰ ਸੰਪਾਦਿਤ ਕਰਦੇ ਆ ਜੀ ਕਹਾਣੀ ਸੰਗ੍ਰਹਿ ਉਸ ਨੂੰ, ਅਤੇ ਇੱਕ ਹੋਰ ਸੰਪਾਦਿਤ ਕਰਦੇ ਆ ਜੀ ਕਥਾ ਧਾਰਾ ਨੂੰ, ਠੀਕ ਹੈ। ਇਸ ਤੋਂ ਬਾਅਦ ਜੱਟ ਦੀ ਜੂਨ, ਇਹ ਚੋਣਵੀਆਂ ਕਹਾਣੀਆਂ ਨੇ ਇਹਦੇ ਵਿੱਚ ਸ਼ਾਮਲ ਕੀਤੀਆਂ ਹੋਈਆਂ। ਇਹਦੇ ਵਿੱਚ ਸਾਰੀਆਂ ਕਹਾਣੀਆਂ ਨੇ ਸਮੁੱਚੀਆਂ ਜਿਸ ਦੀ ਆਪਾਂ ਗੱਲਬਾਤ ਕੀਤੀ ਹੈ, ਇਹਦੇ ਵਿੱਚ ਚੋਣਵੀਆਂ ਨੇ ਕੁਝ ਸਿਲੈਕਟਡ ਜੀਆਂ ਹੀ ਆਪਾਂ ਗੱਲ ਕੀਤੀ ਹੈ ਕੁਝ ਕਹਾਣੀਆਂ ਦੀ। ਕਥਾ ਰੰਗ ਨੂੰ ਵੀ ਉਹਨਾਂ ਨੇ ਸੰਪਾਦਿਤ ਕੀਤਾ। ਇਹ ਉਹਨਾਂ ਦੇ ਕਹਾਣੀ ਸੰਗ੍ਰਹਿ ਨੇ ਜੀ। ਇਸ ਤੋਂ ਇਲਾਵਾ ਉਹਨਾਂ ਨੇ ਜੋ ਸੰਪਾਦਿਤ ਕੀਤੇ ਨੇ ਚਾਹੇ ਚੋਣੀਆਂ ਕਹਾਣੀਆਂ ਦੇ ਸੰਗ੍ਰਹਿ ਹੋਣਗੇ, ਉਹਨਾਂ ਦੇ ਨਾਮ ਤੁਹਾਨੂੰ ਦਿੱਤੇ ਹੋਏ ਨੇ, ਨਾਲ ਸਨ ਲਿਖੇ ਹੋਏ ਨੇ, ਤੁਸੀਂ ਨੋਟ ਕਰ ਸਕਦੇ ਹੋ ਜੀ। ਆਪਾਂ ਗੱਲਬਾਤ ਕਰਦੇ ਹਾਂ ਜੀ ਪਹਿਲੇ ਉਹਨਾਂ ਦੇ ਕਹਾਣੀ ਸੰਗ੍ਰਹਿ ਦੇ ਬਾਰੇ। ਹਾਂਜੀ, ਪਹਿਲਾ ਕਹਾਣੀ ਸੰਗ੍ਰਹਿ ਲੋਹੇ ਦੇ ਹੱਥ 1971 ਦੇ ਵਿੱਚ ਸ਼ਬਦਾ। ਇਹਦੇ ਵਿੱਚ 10 ਕਹਾਣੀਆਂ ਸ਼ਾਮਲ ਨੇ ਜੀ। ਉਹ ਕਹਾਣੀਆਂ ਕਿਹੜੀਆਂ ਕਿਹੜੀਆਂ ਨੇ ਜੀ? ਕਾਲੀ ਧੁੱਪ, ਨੰਗਾ ਸੂਰਜ, ਸਾਂਝ, ਪੁੱਛਣਾ, ਅੱਖਾਂ ਵਿੱਚ ਮਰ ਗਈ ਖੁਸ਼ੀ, ਦੁਖਾਂਤ ਦਾ ਸਫ਼ਰ, ਰਾਖਾ, ਅਨੋਖਾ ਰਾਹੀ, ਜੇਬ ਕਤਰੇ, ਲੋਹੇ ਦੇ ਹੱਥ। ਇਹ ਜਿਹੜੀਆਂ 10 ਕਹਾਣੀਆਂ ਨੇ ਇਹਨੂੰ ਇਹਦੇ ਵਿੱਚ ਸ਼ਾਮਲ ਕੀਤਾ ਗਿਆ ਸੀਗਾ। ਅਤੇ ਇਹ ਲੋਹੇ ਦੇ ਹੱਥ ਕਹਾਣੀ ਸੰਗ੍ਰਹਿ ਆ ਬਹੁਤ ਹੀ ਜ਼ਿਆਦਾ ਪ੍ਰਸਿੱਧ ਹੁੰਦਾ। ਕੁਛ ਇਸ ਦੀਆਂ ਕਹਾਣੀਆਂ ਨੇ ਜੋ ਬਹੁਤ ਜ਼ਿਆਦਾ ਪ੍ਰਸਿੱਧ ਨੇ। ਇਸ ਤੋਂ ਪਹਿਲਾਂ ਆਪਾਂ ਵਿਸ਼ੇ ਦੀ ਗੱਲ ਕਰਦੇ ਹਾਂ। ਕਹਾਣੀ ਸੰਗ੍ਰਹਿ ਦੇ ਵਿੱਚ ਵਿਸ਼ਾ ਕਿਸ ਤਰ੍ਹਾਂ ਦਾ ਰਿਹਾ? ਇਸ ਕਹਾਣੀ ਸੰਗ੍ਰਹਿ ਦੇ ਵਿੱਚ ਜੋ ਕਹਾਣੀਆਂ ਦਾ ਆਕਾਰ ਛੋਟਾ ਹੈ ਜੀ, ਛੋਟੀਆਂ ਹੁੰਦੀਆਂ। ਵਿਚਲੀਆਂ ਕਹਾਣੀਆਂ ਦਾ ਰਚਨਾ ਕਾਲ ਪੰਜਾਬ ਦੇ ਜੋ ਨਕਸਲਵਾੜੀ ਲਹਿਰ ਹੈ ਉਸ ਤੋਂ ਪ੍ਰਭਾਵਿਤ ਰਿਹਾ ਗਾ, ਠੀਕ ਹੈ ਜੀ। ਨਕਸਲਵਾੜੀ ਲਹਿਰ ਦੀ ਆਪਾਂ ਗੱਲ ਕਰਦੇ ਹਾਂ। ਇਹਦੇ ਵਿੱਚ ਵਿਸ਼ਾ ਪੇਸ਼ ਕੀਤਾ ਪੰਜਾਬ ਦੇ ਲੋਕਾਂ ਦੇ ਪ੍ਰਤੀ ਹਮਦਰਦੀ ਅਤੇ ਫਲਸਰੂਪ ਉਪਜੇ ਰੋਹ ਨੂੰ ਇਸ ਕਹਾਣੀਆਂ ਦੇ ਵਿੱਚ ਪੇਸ਼ ਕੀਤਾ ਹੋਇਆ ਵੇਖਣ ਨੂੰ ਮਿਲਦਾ ਗਾ। ਕਹਾਣੀਆਂ ਦੇ ਰਾਹੀਂ ਇਹ ਪ੍ਰਗਟ ਕੀਤਾ ਗਿਆ ਗਾ। ਕਿਹੜੇ ਸੰਗ੍ਰਹਿ ਦੇ ਰਾਹੀਂ ਜੀ? ਲੋਹੇ ਦੇ ਹੱਥ ਦੇ ਰਾਹੀਂ। ਉਹਦੇ ਵਿੱਚੋਂ ਕਹਾਣੀ ਹੈ ਜੀ ਨੰਗਾ ਸੂਰਜ ਜੋ ਬਹੁਤ ਹੀ ਪ੍ਰਸਿੱਧ ਹੈ। ਇਸ ਕਹਾਣੀ ਦੇ ਵਿੱਚ ਜੀ ਦੀਪਾ ਵਰਗੀ ਇੱਕ ਗਰੀਬ ਕੁੜੀ ਹੈ, ਉਹਦੇ ਨਾਲ ਹਮਦਰਦੀ ਪ੍ਰਗਟ ਕੀਤੀ ਹੋਈ ਹੈ। ਇਸ ਨੂੰ ਹਮਦਰਦੀ ਨੂੰ ਪ੍ਰਗਟ ਕਰਦੀ ਹੋਈ ਇੱਕ ਕਹਾਣੀ ਹੈ। ਉੱਥੇ ਭਾਰਤ ਵਿੱਚ ਅਜਿਹੀ ਆਜ਼ਾਦੀ ਦੇ ਪ੍ਰਤੀ ਰੋਹ ਵੀ ਪੇਸ਼ ਕੀਤੀ। ਗੱਲ ਹੋ ਰਹੀ ਹੈ ਜੀ ਨੰਗਾ ਸੂਰਜ ਕਹਾਣੀ ਦੀ, ਜੋ ਲੋਹੇ ਦੇ ਹੱਥ ਕਹਾਣੀ ਸੰਗ੍ਰਹਿ ਦੇ ਵਿੱਚ ਸ਼ਾਮਲ ਕੀਤੀ ਗਈ ਹੈ। ਇਸ ਦੇ ਵਿੱਚ ਪਾਤਰ ਹੈਗਾ ਜੀ ਦੀਪਾ, ਜੋ ਗਰੀਬ ਕੁੜੀ ਹੈ, ਉਹਦੇ ਨਾਲ ਹਮਦਰਦੀ ਪ੍ਰਗਟ ਕੀਤੀ ਹੈ। ਭਾਰਤ ਦੀ ਆਜ਼ਾਦੀ ਤੋਂ ਬਾਅਦ ਵੀ ਕਹਿ ਲਓ ਜੀ ਜੋ ਰੋਹ ਹੈ, ਅਜਿਹੀ ਆਜ਼ਾਦੀ ਦੇ ਨਾਲ ਉਹਨਾਂ ਦਾ ਰੋਹ ਪ੍ਰਗਟ ਕੀਤਾ ਗਾ। ਅਜਿਹੀ ਕਹਾਣੀ ਦੀ ਗੱਲ ਕੀਤੀ ਹੈ ਜੀ ਜੋ ਗਰੀਬਾਂ ਦੀ ਕਹਿ ਲਓ ਜੀ ਕੀ ਨਹੀਂ ਕਰਦੀ, ਮੁਖਾਤਬ ਨਹੀਂ ਹੁੰਦੀ। ਭਾਵ ਆਪਾਂ ਸਾਰੀ ਕਹਾਣੀ ਨੂੰ ਵੇਖੀਏ ਤਾਂ ਇਹਦੇ ਵਿੱਚ ਦੇਖਣ ਨੂੰ ਇਹ ਮਿਲਦਾ ਗਾ ਕਿ ਇੱਕ ਪਾਤਰ ਹੈਗਾ ਦੀਪਾ ਜੋ ਗਰੀਬ ਹੈ, ਉਹਦੇ ਪ੍ਰਤੀ ਲੇਖਕ ਦੀ ਹਮਦਰਦੀ ਹੈ ਕਿ ਉਹਨਾਂ ਨੇ ਭਾਰਤ ਦੇ ਆਜ਼ਾਦੀ ਦੀ ਗੱਲ ਕੀਤੀ ਹੈ ਕਿ ਅਜਿਹੀ ਆਜ਼ਾਦੀ ਦਾ ਕੀ ਕਰਨਾ ਜੋ ਗਰੀਬਾਂ ਨੂੰ ਸਹੂਲਤਾਂ ਨਹੀਂ ਦੇ ਸਕਦੀ, ਅੱਜ ਦੇ ਦੌਰ ਵਿੱਚ ਵੀ ਉਹਨਾਂ ਤੱਕ ਪਹੁੰਚ ਨਹੀਂ ਕਰਦੀ, ਉਹਨਾਂ ਨੂੰ ਆਪਣਾ ਨਹੀਂ ਸਮਝਦੀ। ਤਾਂ ਇਸ ਤਰ੍ਹਾਂ ਦੀ ਜਿਹੜੀ ਹੈਗੀ ਹੈ ਕਹਾਣੀ ਪੇਸ਼ ਕੀਤੀ ਹੈ। ਉਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਜੀ ਅਨੋਖਾ ਰਾਹੀ ਕਹਾਣੀ ਦੀ। ਅਨੋਖਾ ਰਾਹੀ ਜਦੋਂ ਸ਼ਬਦ ਆਉਂਦਾ ਤਾਂ ਉਹਦੇ ਹੀ ਆਪਾਂ ਨੂੰ ਯਾਦ ਆ ਜਾਂਦੇ ਨੇ ਗੁਰੂ ਗੋਬਿੰਦ ਸਿੰਘ ਜੀ, ਸਿੱਖਾਂ ਦੇ 10ਵੇਂ ਗੁਰੂ, ਉਹਨਾਂ ਨਾਲ ਸੰਬੰਧਿਤ ਕਹਾਣੀਆਂ ਜੀ। ਇਸ ਵਿੱਚ ਹਵਾ, ਆਕਾਸ਼,
ਧਰਤੀ ਦੇ ਜੋ ਵਾਰਤਾਲਾਪ ਦੇ ਰਾਹੀਂ ਗੁਰੂ ਗੋਬਿੰਦ ਸਿੰਘ ਜੀ ਦੇ ਅਤੇ ਉਹਨਾਂ ਦੇ ਪਰਿਵਾਰ ਜੇ ਹੈਗੇ ਜੀ, ਉਹਨਾਂ ਦੁਆਰਾ ਸਹੇ ਦੁੱਖਾਂ ਨੂੰ ਇਸ ਅਨੋਖੇ ਰਾਹੀ ਦੀ ਜੋ ਕਹਿ ਲਓ ਜੀ ਬਹਾਦਰੀ ਅਤੇ ਹੌਸਲੇ ਨੂੰ ਬਿਆਨ ਕੀਤਾ ਗਿਆ। ਇਹਦੇ ਵਿੱਚ ਅਨੋਖਾ ਰਾਹੀ ਕਹਾਣੀ ਦੀ ਆਪਾਂ ਗੱਲ ਕਰੀਏ ਜੀ, ਗੁਰੂ ਗੋਬਿੰਦ ਸਿੰਘ ਜੀ ਨਾਲ ਸੰਬੰਧਿਤ ਹੈ। ਠੀਕ ਹੈ, ਇਸ ਦੇ ਵਿੱਚ ਹਵਾ, ਆਕਾਸ਼ ਅਤੇ ਧਰਤੀ ਇਹ ਵਾਰਤਾਲਾਪ ਕਰ ਰਹੇ ਨੇ ਜੀ ਉਹਨਾਂ ਦੇ ਬਾਰੇ। ਕਿਹਦੇ ਬਾਰੇ? ਗੁਰੂ ਗੋਬਿੰਦ ਸਿੰਘ ਜੀ ਦੇ ਬਾਰੇ। ਅਤੇ ਉਹਨਾਂ ਦੁਆਰਾ ਜੋ ਪਰਿਵਾਰ ਨੂੰ ਵੱਖ-ਵੱਖ ਦੁੱਖ ਸਹਿਣੇ ਪਏ ਨੇ ਉਹਨਾਂ ਦੀ ਗੱਲ ਕਰਦੇ ਆ ਜੀ। ਅਨੋਖੇ ਰਾਹੀ ਦੀ ਗੱਲ ਕਰਦੇ ਆ, ਉਹਨਾਂ ਦੀ ਬਹਾਦਰੀ ਦੀ ਗੱਲ ਕਰਦੇ ਆ, ਹੌਸਲੇ ਦੀ ਗੱਲ ਕਰਦੇ ਆ ਕਿ ਉਹਨਾਂ ਨੇ ਇੰਨੇ ਦੁੱਖ ਸਹਿ ਕੇ ਵੀ ਕੌਮ ਦੇ ਭਲੇ ਲਈ ਹਮੇਸ਼ਾ ਹੀ ਹਾਜ਼ਰ ਰਹੇ ਨੇ, ਕੰਮ ਕੀਤੇ ਨੇ, ਉਹਨਾਂ ਦੀ ਗੱਲ ਕਰਦੇ ਆ ਉਹ। ਸੰਗ੍ਰਹਿ ਦੇ ਵਿੱਚ ਕਹਿ ਲਓ ਜੀ ਆਪਾਂ ਵਿਚਲੀ ਕਹਾਣੀ ਦੀ ਗੱਲ ਕਰੀਏ ਜੀ, ਲੋਹੇ ਦੇ ਹੱਥ ਅਤੇ ਜੇਬ ਕਤਰੇ। ਕਹਿ ਲਓ ਜੀ ਅੰਧ ਵਿਸ਼ਵਾਸ ਨੂੰ ਛੱਡ ਕੇ ਜੀ ਹਥਿਆਰਬੰਦ ਸੰਘਰਸ਼ ਅਤੇ ਇਨਕਲਾਬ ਲਈ ਕੁਰਬਾਨ ਹੋ ਜਾਣ ਦਾ ਸਾਹਿਤਕ ਸੱਦਾ ਦਿੱਤਾ ਗਿਆ ਗਾ। ਆਪਾਂ ਗੱਲ ਕਰੀਏ ਜੀ ਇਹਦੇ ਵਿੱਚ ਤਾਂ ਇਹਨਾਂ ਦੋਨਾਂ ਕਹਾਣੀਆਂ ਦੇ ਵਿੱਚ ਕੀ ਹੋਇਆ ਜੀ, ਅੰਧ ਵਿਸ਼ਵਾਸ ਨੂੰ ਛੱਡ ਕੇ ਜੀ ਹਥਿਆਰਬੰਦ ਸੰਘਰਸ਼, ਭਾਵ ਲੋਕਾਂ ਨੂੰ ਆਪਦੇ ਹੱਕਾਂ ਦੇ ਲਈ ਲੜਨ ਦੀ ਪ੍ਰੇਰਨਾ ਦਿੱਤੀ ਹੈ ਕਿ ਉਹਨਾਂ ਨੂੰ ਇਨਕਲਾਬ ਲਿਆਉਣ ਦੀ ਜ਼ਰੂਰਤ 'ਤੇ ਜ਼ਿਆਦਾ ਇਸ ਕਰਕੇ ਜ਼ੋਰ ਦੇ ਰਹੇ ਨੇ ਕਿ ਉਹਨਾਂ ਨੂੰ ਇਹ ਸਾਹਿਤਕ ਸੱਦਾ ਗਾ ਕਿ ਉਹ ਹਮੇਸ਼ਾ ਹੀ ਇਨਕਲਾਬ ਲਿਆਉਣ ਦੇ ਲਈ ਸੰਘਰਸ਼ ਕਰਨ। ਇਸ ਤਰ੍ਹਾਂ ਦਾ ਉਹ ਸਾਹਿਤਕਾਰ ਦੀ ਇੱਕ ਸੋਚ ਹੈਗੀ ਆ, ਸੱਦਾ ਦਿੱਤਾ ਗਿਆ। ਕਹਾਣੀ ਦੀ ਗੱਲ ਕਰਦੇ ਹਾਂ ਜੀ। ਅਗਲਾ ਸੰਗ੍ਰਹਿ ਜੋ ਕਹਾਣੀ ਸੰਗ੍ਰਹਿ ਹੈ ਜੀ, ਅੰਗ ਸੰਗ। ਇਹਦੇ ਵਿੱਚ 11 ਕਹਾਣੀਆਂ ਸ਼ਾਮਲ ਕੀਤੀਆਂ ਗਈਆਂ ਨੇ ਅਤੇ 79 ਦੇ ਵਿੱਚ ਇਹਨੂੰ ਛਾਪਿਆ ਗਿਆ। ਇਸ ਦੇ ਵਿੱਚ 11 ਕਹਾਣੀਆਂ ਕਿਹੜੀਆਂ ਕਿਹੜੀਆਂ ਨੇ ਜੀ? ਅੰਗ ਸੰਗ ਸੰਗ੍ਰਹਿ ਦਾ ਨਾਮ। ਕਿੱਥੇ ਗਏ ਜੀ? ਠੀਕ ਹੈ, ਕਿੱਥੇ ਗਏ ਜੋ ਕਹਾਣੀ ਸੰਗ੍ਰਹਿ ਆ ਉਸ ਦੀ ਆਪਾਂ ਗੱਲ ਕਰੀਏ ਤਾਂ ਉਦੋਂ ਬਾਅਦ ਡੁੱਬਦਾ, ਚੜ੍ਹਦਾ, ਹਨੇਰੀ, ਜੰਜੀਰਾ, ਅਸਲੀ ਅਤੇ ਵੱਡੀ, ਕਹਿ ਲਓ ਜੀ ਹੀਰ, ਅਤੇ ਉਸ ਤੋਂ ਬਾਅਦ ਗੁਰਮੁਖ ਸਿੰਘ, ਨਾਇਕ, ਤਾਰ ਉੱਤੇ ਤੁਰਦਾ ਆਦਮੀ, ਸੁਨਹਿਰੀ ਕਿਣਕਾ, ਡੁੰਮ। ਇਹ 11 ਕਹਾਣੀਆਂ ਨੇ ਜੀ ਇਹਦੇ ਵਿੱਚ ਸ਼ਾਮਲ। ਕਿਹੜੇ ਸੰਗ੍ਰਹਿ ਦੇ ਵਿੱਚ? ਅੰਗ ਸੰਗ ਦੇ ਵਿੱਚ। ਤਾਂ ਉਹਨਾਂ ਦੀ ਆਪਾਂ ਗੱਲ ਕਰਾਂਗੇ। ਅੰਗ ਸੰਗ ਕਹਾਣੀ ਬਹੁਤ ਹੀ ਜ਼ਿਆਦਾ ਪ੍ਰਸਿੱਧ ਹੈ, ਉਸ ਦੀ ਆਪਾਂ ਗੱਲ ਕਰਾਂਗੇ। ਉਸ ਤੋਂ ਬਿਨਾਂ ਹੋਰ ਕਿਹੜੀਆਂ ਪ੍ਰਸਿੱਧ ਕਹਾਣੀਆਂ ਨੇ ਜੀ, ਉਸ ਦੀ ਆਪਾਂ ਗੱਲ ਕਰਦੇ ਹਾਂ। ਇਸ ਸੰਗ੍ਰਹਿ ਦੀਆਂ ਸਾਰੀਆਂ ਕਹਾਣੀਆਂ ਦੇ ਵਿੱਚ ਕੀ ਹੋਇਆ ਜੀ, ਸਮਾਜਿਕ ਚੇਤਨਾ ਨੂੰ ਵਿਸ਼ਾ ਬਣਾਇਆ ਗਿਆ। ਸਮਾਜਿਕ ਚੇਤਨਾ ਕੀ ਹੁੰਦੀ ਹੈ ਜੀ? ਲੋਕਾਂ ਨੂੰ ਸੁਚੇਤ ਕਰਨਾ, ਉਹਦੇ ਲਈ ਇਹ ਜਿਹੜਾ ਹੈਗਾ ਵਿਸ਼ਾ ਬਣਦਾ ਗਾ, ਸਮਾਜਿਕ ਚੇਤਨਾ। ਤਾਰ 'ਤੇ ਤੁਰਦਾ ਆਦਮੀ, ਇਹ ਕਹਾਣੀ ਦੇ ਵਿੱਚ ਕੀ ਦਿਖਾਇਆ ਗਿਆ ਕਿ ਮੱਧ ਸ਼੍ਰੇਣੀ ਦੀ ਜੋ ਜੀਵਨ ਜਾਂਚ ਹੈ, ਅਭਿਵਿਅਕਤੀ ਹੁੰਦੀ ਹੈ, ਉਹਨੂੰ ਪੇਸ਼ ਕੀਤਾ। ਕਿਹੜੇ ਪਾਤਰ ਦੇ ਰਾਹੀਂ ਜੀ? ਮਨਜੀਤ ਸਿੰਘ ਦੇ ਭਰਾ ਪੇਂਡੂ ਦਸਤਕਾਰੀ ਤੋਂ ਟੁੱਟ ਕੇ ਜੀ ਸ਼ਹਿਰ ਵਿੱਚ ਪੈਰ ਜਮਾਉਣ ਦੇ ਲਈ ਯਤਨ ਕਰਦਾ ਗਾ। ਇਹ ਕਹਾਣੀ ਇਸ ਤਰ੍ਹਾਂ ਦੀ ਕਹਿ ਲਈਏ ਜੀ, ਇੱਕ ਮੱਧ ਵਰਗੀ ਸ਼੍ਰੇਣੀ ਦੀ ਹੈ ਜੋ ਆਪਦੀਆਂ ਭਾਵ ਲੋੜਾਂ ਨੂੰ ਪੂਰੀ ਕਰਨ ਦੇ ਲਈ ਆਪਦਾ ਜੋ ਪੇਂਡੂ ਖੇਤਰ ਵਿੱਚ ਜੋ ਕੰਮ ਕਰਦੇ ਸੀ ਦਸਤਕਾਰੀ ਦਾ, ਉਹਨੂੰ ਛੱਡ ਕੇ ਸ਼ਹਿਰ ਦੇ ਵਿੱਚ ਕੰਮ ਕਰਨਾ ਸ਼ੁਰੂ ਕਰਦਾ ਅਤੇ ਪੈਰ ਜਮਾਉਣ ਦੀ ਕੋਸ਼ਿਸ਼ ਕਰਦਾ ਗਾ। ਇਸ ਤਰ੍ਹਾਂ ਦੀ ਇਹ ਕਹਾਣੀ ਬਿਆਨ ਕੀਤੀ ਹੈ। ਅੰਗ ਸੰਗ ਦੇ ਕਹਿ ਲਓ ਜੀ ਕਰਤਾਰ ਸਿੰਘ ਦਾ ਪਿਓ ਵੀ ਇਸੇ ਤਰ੍ਹਾਂ ਕਹਾਣੀ ਨੂੰ ਪੇਸ਼ ਕਰਦਾ। ਜਿਵੇਂ ਉਹ ਸ਼ਹਿਰ ਗਿਆ ਸੀ ਤਾਂ ਉਹ ਕਿੱਥੇ ਚਲਾ ਜਾਂਦਾ? ਵਿਦੇਸ਼ ਵੱਲ ਨੂੰ ਮੂੰਹ ਕਰਦਾ ਗਾ, ਵਿਦੇਸ਼ ਚਲਾ ਜਾਂਦਾ ਗਾ। ਸੁਨਹਿਰੀ ਕਿਣਕਾ ਜੋ ਹੈਗਾ ਜੀ ਉਸਦਾ ਪ੍ਰੀਤੂ ਹੈ ਜੀ, ਘਰੋਂ ਭੱਜ ਕੇ ਕਿੱਥੇ ਜਾਂਦਾ? ਸਿੰਗਾਪੁਰ। ਇਹ ਉਹਨਾਂ ਦੇ ਵਿਸ਼ੇ ਨਹੀਂ ਜੀ, ਕਿੱਥੇ ਕਿੱਥੇ ਗਏ ਨੇ। ਜੰਜੀਰਾ ਦੇ ਵਿੱਚ ਮੈਂ ਪਾਤਰ ਹੈ ਜੀ ਜੋ ਫੌਜ ਵਿੱਚ ਭਰਤੀ ਹੁੰਦਾ ਗਾ। ਇਹ ਵੱਖ-ਵੱਖ ਕਹਾਣੀਆਂ ਦੇ ਵਿੱਚ ਨਹੀਂ ਜੀ, ਜੋ ਇਸੇ ਤਰ੍ਹਾਂ ਜੀ ਆਪਦੇ ਹਾਲਾਤਾਂ ਤੋਂ ਭੱਜ ਕੇ ਹੋਰ ਜਗ੍ਹਾ ਜਾਂਦੇ ਨੇ। ਕੋਈ ਵਿਦੇਸ਼ ਦੇ ਵਿੱਚ ਉੱਠ ਗਿਆ, ਸਿੰਗਾਪੁਰ ਦੀ ਗੱਲ ਕੀਤੀ ਆ, ਫੌਜ ਵਿੱਚ ਭਰਤੀ ਹੋ ਗਿਆ, ਉਹਦਾ ਜ਼ਿਕਰ ਕੀਤਾ। ਨਿਮਨ ਕਿਸਾਨੀ ਦੇ ਹਮਾਇਤ ਜੀ ਬਰਿਆਮ ਸੰਧੂ ਦੇ ਸੰਗ੍ਰਹਿ ਵਿੱਚ ਸਾਰੀਆਂ ਲਗਭਗ ਕਹਾਣੀਆਂ ਵਿੱਚ ਸਰਮਾਏਦਾਰੀ ਕਾਰਨ ਨਿਮਨ ਕਿਸਾਨੀ ਵਰਗ ਦੁਆਰਾ ਭੋਗ ਰਹੇ ਦੁੱਖ ਨੂੰ ਬਿਆਨ ਕੀਤਾ ਗਿਆ ਅਤੇ ਉੱਥੇ ਹੀ ਉਹਨਾਂ ਦੇ ਜੀਵਨ ਨਿਰਵਾਹ ਲਈ ਸ਼ਹਿਰ ਜਾਂ ਵਿਦੇਸ਼ ਵਿੱਚ ਪੈਰ ਜਮਾਉਣ ਲਈ ਆਪਣੇ ਆਸ਼ਾਵਾਦੀ ਨਜ਼ਰੀਏ ਨੂੰ ਵੀ ਪੇਸ਼ ਕੀਤਾ। ਜਦੋਂ ਆਪਾਂ ਦੇਖਦੇ ਹਾਂ ਜੀ ਇਹਦੇ ਵਿੱਚ ਨਿਮਨ ਕਿਸਾਨੀ ਵਰਗ ਦੀਆਂ ਜੋ ਹਮਾਇਤ ਕਰਦੇ ਨੇ ਅਤੇ ਸਰਮਾਏਦਾਰੀ ਵਰਗ ਦੇ ਕਾਰਨ ਉਹਨਾਂ ਨੂੰ ਜੋ ਮੁਸੀਬਤਾਂ ਹੁੰਦੀਆਂ ਨੇ ਨਿਮਨ ਵਰਗ ਨੂੰ, ਉਹਨਾਂ ਨੂੰ ਪੇਸ਼ ਕਰਦੇ ਆ ਅਤੇ ਨਾਲ ਦੀ ਨਾਲ ਉਹ ਇਹ ਆਸ਼ਾ ਵੀ ਕਰਦੇ ਆ ਕਿ ਉਹਨਾਂ ਦਾ ਕਿ ਬਾਹਰ ਜਾਣ ਦੇ ਵੱਲ, ਵਿਦੇਸ਼ਾਂ ਦੇ ਵੱਲ ਝੁਕਾਅ ਹੋਣਾ ਚਾਹੀਦਾ ਅਤੇ ਉੱਥੇ ਵੀ ਉਹਨਾਂ ਨੂੰ ਪੈਰ ਜਮਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਅਗਲੇ ਸੰਗ੍ਰਹਿ ਦੀ ਗੱਲ ਕਰਦੇ ਹਾਂ ਜੀ, ਕਹਾਣੀ ਸੰਗ੍ਰਹਿ ਦੀ। ਭੱਜੀਆਂ ਬਾਹਾਂ ਸੰਗ੍ਰਹਿ ਦੀ ਆਪਾਂ ਗੱਲ ਕਰੀਏ ਤਾਂ ਇਹਦੇ ਵਿੱਚ 7 ਕਹਾਣੀਆਂ ਸ਼ਾਮਲ ਨੇ। ਕਿਹੜੀਆਂ ਕਿਹੜੀਆਂ? ਆਪਣਾ ਆਪਣਾ ਹਿੱਸਾ,
ਵਾਪਸੀ, ਭੱਜੀਆਂ ਵਾਹੀਂ, ਦਲਦਲ, ਕੁਰਾਈਆ, ਕਾਹਲ, ਮੈਂ ਤੇ ਕਹਾਣੀ। ਇਹ ਕੁਛ ਉਹਨਾਂ ਦੀਆਂ ਕਹਾਣੀਆਂ ਨੇ ਇਹਦੇ ਵਿੱਚ ਸ਼ਾਮਲ। ਇਸ ਸੰਗ੍ਰਹਿ ਦੇ ਵਿੱਚ ਆਪਾਂ ਵਿਸ਼ੇ ਦੀ ਗੱਲ ਕਰੀਏ, ਕਹਾਣੀਆਂ ਦੇ ਵਿਸ਼ੇ ਵੀ ਵੱਖ-ਵੱਖ ਨੇ। ਕਹਾਣੀਆਂ ਥੋੜ੍ਹੀਆਂ ਨੇ ਤਾਂ ਉਹਨਾਂ ਦੇ ਵਿਸ਼ੇ ਇਸੇ ਕਰਕੇ ਅਲੱਗ-ਅਲੱਗ ਨੇ। ਕਹਾਣੀਆਂ ਦਾ ਇੱਕ ਗੱਲ ਸਾਂਝੀ ਹੈ, ਸਾਰੀਆਂ ਕਹਾਣੀਆਂ ਮੂਲ ਰੂਪ ਵਿੱਚ ਪੰਜਾਬ ਦੀ ਕਿਸਾਨੀ ਦੇ ਵਿਭਿੰਨ ਪੱਖਾਂ ਨੂੰ ਪੇਸ਼ ਕਰਦੀਆਂ ਨੇ। ਜਾਂ ਆਪਾਂ ਸਾਰੀਆਂ ਕਹਾਣੀਆਂ ਦੀ ਆਪਾਂ ਪੜਚੋਲ ਕਰਦੇ ਹਾਂ ਤਾਂ ਉਹਨਾਂ ਵਿੱਚੋਂ ਇੱਕ ਗੱਲ ਹੀ ਸਾਹਮਣੇ ਆਉਂਦੀ ਹੈ ਕਿ ਸਾਰੀਆਂ ਕਹਾਣੀਆਂ ਦੇ ਵਿੱਚ ਨਿਮਨ ਕਿਸਾਨੀ ਦੇ ਜੀਵਨ ਦੇ ਵੱਖ-ਵੱਖ ਪੱਖ ਪੇਸ਼ ਕੀਤੇ ਆ। ਰਾਜਸੀ ਜੋ ਪ੍ਰਸੰਗ ਦੇ ਵਿੱਚ ਕਹਾਣੀਆਂ ਦਾ ਇੱਕ ਅਜਿਹਾ ਸਿਰਾ ਪੰਜਾਬ ਦੀ ਜੋ ਨਕਸਲਵਾੜੀ ਲਹਿਰ ਹੈ ਉਹਦੇ ਨਾਲ, ਉਹਦੇ ਹੋਣ ਅਤੇ ਪਤਨ ਦੇ ਨਾਲ ਜੁੜੇ ਹੋਏ ਕਾਰਨ ਕਿਸ ਤਰ੍ਹਾਂ ਜੁੜਦਾ ਜੀ, ਉਹਨਾਂ ਦਾ ਪਤਨ ਹੁੰਦਾ ਨਕਸਲਵਾੜੀ ਲਹਿਰ ਦਾ, ਉਹਦੇ ਕਿਵੇਂ ਹੁੰਦੀ ਹੈ। ਦੂਜਾ ਸਿਰਾ ਜੀ 9ਵੇਂ ਦਹਾਕੇ ਦੇ ਵਿੱਚ ਜੋ ਖਾੜਕੂਵਾਦੀ ਲਹਿਰ ਹੈ ਉਹਦੇ ਉਭਾਰ ਨਾਲ ਸੰਬੰਧਿਤ ਕਹਾਣੀਆਂ ਨੂੰ ਵੀ ਉਹਦੇ ਵਿੱਚ ਪੇਸ਼ ਕੀਤਾ ਹੋਇਆ ਵੇਖਣ ਨੂੰ ਮਿਲਦਾ। ਨਕਸਲਵਾਦੀ ਲਹਿਰ ਅਤੇ ਅੱਤਵਾਦੀ ਲਹਿਰ ਦੋਨਾਂ ਦਾ ਜ਼ਿਕਰ ਵੇਖਣ ਨੂੰ ਮਿਲਦਾ ਗਾ। ਕਹਾਣੀ ਹੈਗੀ ਜੀ ਆਪਣਾ ਹਿੱਸਾ, ਜੋ ਉਸ ਦੀ ਆਪਾਂ ਗੱਲ ਕਰੀਏ ਜੀ, ਕਹਾਣੀ ਆਪਣਾ ਹਿੱਸਾ ਦੇ ਵਿੱਚ ਇਹਦੇ ਵਿੱਚ ਇੱਕ ਨਿਮਨ ਕਿਸਾਨ ਹੈ, ਉਸ ਦੀ ਆਰਥਿਕ ਕਹਿ ਲਓ ਜੀ ਹਾਲਤ ਇਸ ਤਰ੍ਹਾਂ ਦੀ ਹੈ ਕਿ ਉਹਦੇ ਵਿੱਚੋਂ ਨਾਲ ਕਹਿ ਲਓ ਜੀ ਆਰਥਿਕ ਤੌਰ 'ਤੇ ਜਦੋਂ ਕਮਜ਼ੋਰ ਹੋਏਗਾ ਤਾਂ ਉਹਦੇ ਕੋਲ ਸਾਧਨਾਂ ਦੀ ਘਾਟ ਹੋਏਗੀ। ਇਸੇ ਨਾਲ ਉਹਦੇ ਪੈਦਾ ਹੋਣ ਵਾਲੇ ਰਿਸ਼ਤਿਆਂ ਦੀ ਟੁੱਟ ਭੱਜ ਦਾ ਵੀ ਵਰਣਨ ਆਪਾਂ ਨੂੰ ਵੇਖਣ ਨੂੰ ਮਿਲਦਾ। ਕਿਸ ਤਰ੍ਹਾਂ ਵੇਖਣ ਨੂੰ ਮਿਲਦਾ ਜੀ, ਬਹੁਤ ਹੀ ਜ਼ਿਆਦਾ ਪ੍ਰਸਿੱਧ ਕਹਾਣੀਆਂ ਤੁਸੀਂ ਸਾਰਿਆਂ ਨੇ ਸੁਣੀ ਹੋਏਗੀ ਜੀ। ਨਿਮਨ ਕਿਸਾਨੀ ਦੇ ਨਾਲ ਸੰਬੰਧਿਤ ਹੈ ਜੀ। ਜਦੋਂ ਉਹ ਜ਼ਿਆਦਾ ਗਰੀਬ ਹੁੰਦੇ ਆ, ਆਰਥਿਕ ਹਾਲਤ ਚੰਗੀ ਨਹੀਂ ਹੈ ਤਾਂ ਉਹ ਕਿਸ ਤਰ੍ਹਾਂ ਰਿਸ਼ਤੇ ਟੁੱਟਦੇ ਨੇ ਜੀ, ਉਹਦੀ ਗੱਲ ਵੇਖਣ ਨੂੰ ਮਿਲਦੀ ਆ। ਮੈਂ ਤੇ ਹੁਣ ਇਹ ਜਿਹੜੀ ਕਹਾਣੀ ਆ ਜੀ ਉਸ ਦੀ ਆਪਾਂ ਗੱਲ ਕਰੀਏ, ਇਸ ਵਿੱਚ ਬਰਿਆਮ ਸੰਧੂ ਨੇ ਜੀ ਕਹਾਣੀ ਘੱਟ ਅਤੇ ਬਰਿਆਮ ਸੰਧੂ ਦੁਆਰਾ ਜੋ ਰਚਨ ਪ੍ਰਕਿਰਿਆ ਦੇ ਬਾਰੇ ਜਾਣਕਾਰੀ ਦਿੱਤੀ ਗਈ ਹੈ। ਜੋ ਆਪਾਂ ਗੱਲ ਕਰੀਏ ਜੀ ਮੈਂ ਤੇ ਹੁਣ, ਕਈ ਜਗ੍ਹਾ ਇਹਨੂੰ ਮੈਂ ਤੇ ਕਹਾਣੀ ਲਿਖਿਆ ਹੋਏਗਾ ਜੀ, ਕਹਾਣੀ ਦੇ ਨਾਲ ਸੰਬੰਧਿਤ ਹੈ। ਇਹ ਕਹਾਣੀ ਘੱਟ ਹੈ ਅਤੇ ਇਹਦੇ ਵਿੱਚ ਉਹਨਾਂ ਦੀ ਰਚਨ ਪ੍ਰਕਿਰਿਆ ਦੀ ਆਪਾਂ ਨੂੰ ਜਾਣਕਾਰੀ ਮਿਲਦੀ ਹੈ। ਜਾਂ ਕਦੇ ਸਵਾਲ ਆ ਜਾਏ ਜੀ ਰਚਨ ਪ੍ਰਕਿਰਿਆ ਦੇ ਨਾਲ ਸੰਬੰਧਿਤ ਉਹਨਾਂ ਦੀ ਕਿਹੜੀ ਕਹਾਣੀ ਹੈ, ਮੈਂ ਤੇ ਹੁਣ, ਚਾਹੇ ਕਈ ਜਗ੍ਹਾ ਇਹਦਾ ਮੈਂ ਤੇ ਕਹਾਣੀ ਦਾ ਨਾਮ ਵੀ ਲਿਖਿਆ ਦੇਖਣ ਨੂੰ ਮਿਲਦਾ। ਵਾਪਸੀ ਦੀ ਆਪਾਂ ਗੱਲ ਕਰੀਏ ਜੀ, ਵਾਪਸੀ ਕਹਾਣੀ ਦੇ ਵਿੱਚ ਜੀ ਜੋ ਨਕਸਲਵਾੜੀ ਲਹਿਰ ਹੈ ਇਹਦੇ ਪਤਨ ਉਪਰੰਤ ਹੋਈ ਸਥਿਤੀ ਦਾ ਪੁਨਰ ਚਿੰਤਨ ਪੇਸ਼ ਕੀਤਾ ਗਾ। ਵਾਪਸੀ ਦੀ ਆਪਾਂ ਗੱਲ ਕਰੀਏ ਜੀ, ਵਾਪਸੀ ਕਹਾਣੀ ਕੀ ਦੱਸਦੀ ਹੈ ਆਪਾਂ ਨੂੰ ਜੀ, ਕਾਹਦੇ ਬਾਰੇ ਦੱਸਦੀ ਹੈ ਕਿ ਇਹ ਪੁਨਰ ਚਿੰਤਨ ਕਰਦੀ ਹੈ ਕਾਹਦਾ, ਨਕਸਲਵਾੜੀ ਲਹਿਰ ਦਾ ਜਦੋਂ ਪਤਨ ਹੁੰਦਾ ਤਾਂ ਉਸ ਦੀ ਸਥਿਤੀ ਦਾ। ਕੁਰਾਈਆ, ਇਸ ਕਹਾਣੀ ਦੀ ਗੱਲ ਕਰੀਏ ਜੀ, ਹਜ਼ਾਰਾ ਸਿੰਘ ਵਰਗੇ ਪਾਤਰ ਨੇ ਜੋ ਵਿਅਕਤੀਗਤ ਸੰਘਰਸ਼ ਨੂੰ ਪੇਸ਼ ਕਰਦੇ ਨੇ, ਸਮਾਂ ਪਾ ਕੇ ਜੀ ਸਮੂਹਕ ਸੰਘਰਸ਼ ਦਾ ਰੂਪ ਧਾਰ ਕਰਨ ਲੈਂਦੇ ਨੇ। ਭਾਵ ਉਹਨਾਂ ਨੇ ਪਹਿਲਾਂ ਹਜ਼ਾਰਾ ਸਿੰਘ ਦੀ ਗੱਲ ਕਰੀਏ, ਪਾਤਰ ਨੇ ਜੋ ਕਦੇ ਇਕੱਲੇ ਸੰਘਰਸ਼ ਸ਼ੁਰੂ ਕੀਤਾ ਸੀ ਤਾਂ ਫਿਰ ਹੌਲੀ ਹੌਲੀ ਸਮਾਂ ਪਾ ਕੇ ਉਹ ਸਮੂਹਕ ਸੰਘਰਸ਼ ਭਾਵ ਸਾਰਿਆਂ ਦਾ ਸਾਂਝਾ ਸੰਘਰਸ਼ ਬਣ ਜਾਂਦਾ। ਜਦੋਂ ਕੋਈ ਇਕੱਲਾ ਸੰਘਰਸ਼ ਵਿਅਕਤੀ ਕਰਦਾ ਰਾਹ ਤੁਰਦਾ ਹੋਇਆ ਨਿੱਜੀ ਪ੍ਰਾਪਤੀਆਂ ਦੀ ਦੌੜ ਵਿੱਚ ਪੈ ਜਾਂਦਾ ਤਾਂ ਉਸ ਸਥਿਤੀ ਦੀ ਉਹਦੀ ਸਥਿਤੀ ਕਿਸ ਤਰ੍ਹਾਂ ਦੀ ਹੋ ਜਾਂਦੀ ਹੈ, ਦਲਦਲ ਵਰਗੀ ਹੋ ਜਾਂਦੀ ਹੈ। ਉਸ ਤਰ੍ਹਾਂ ਦੀ ਕਹਾਣੀ ਪੇਸ਼ ਕੀਤੀ ਹੈ ਕਿ ਜਦੋਂ ਇਕੱਲਾ ਵਿਅਕਤੀ ਸੰਘਰਸ਼ ਕਰਦਾ ਅਤੇ ਰਾਹ 'ਤੇ ਤੁਰਦਿਆਂ ਹੋਇਆ ਨਿੱਜੀ ਪ੍ਰਾਪਤੀਆਂ ਭਾਵ ਆਪਦੀਆਂ ਲੋੜਾਂ ਨੂੰ ਪੂਰੀਆਂ ਕਰਨ ਦੀ ਕੋਸ਼ਿਸ਼ ਵਿੱਚ ਆਪਦੀਆਂ ਨਿੱਜੀ ਜੋ ਲੋੜਾਂ ਨੇ ਉਸ ਨੂੰ ਪੈ ਜਾਂਦਾ, ਉਹਦੀ ਸਥਿਤੀ ਦਲਦਲ ਵਰਗੀ ਹੋ ਜਾਂਦੀ ਹੈ। ਭਾਵ ਲੋੜਾਂ ਵੀ ਪੂਰੀਆਂ ਕਰਨੀਆਂ, ਸੰਘਰਸ਼ ਵੀ ਹੈ ਤਾਂ ਉਹਦੇ ਵਿੱਚ ਪਿਸਦਾ ਜਾਂਦਾ। ਉਸ ਤਰ੍ਹਾਂ ਦੀ ਇਹ ਕਹਾਣੀ ਦੇ ਵਿੱਚ ਪੇਸ਼ ਕੀਤਾ ਗਿਆ ਗਾ। ਉਸ ਤੋਂ ਇਲਾਵਾ ਜੀ ਭੱਜੀਆਂ ਵਾਹੀਂ, ਇਹ ਵਿੱਚ ਕਹਾਣੀ ਦੇ ਵਿੱਚ ਕੀ ਵੇਖਣ ਨੂੰ ਮਿਲਦਾ ਆਪਾਂ ਨੂੰ, ਪੰਜਾਬ ਦੇ ਸੰਕਟ ਨੂੰ ਉਦਾਹਰ ਬਣਾ ਕੇ ਲਿਖੀ ਗਈ ਹੈ। ਭਾਈਆਂ ਵੱਲੋਂ ਭਾਈਆਂ ਨੂੰ ਉਸਾਰਨ ਅਤੇ ਢਾਉਣ ਦੇ ਮਸਲੇ ਨੂੰ ਇਸ ਕਹਾਣੀ ਦੇ ਰਾਹੀਂ ਉਠਾਇਆ ਗਿਆ ਗਾ। ਜਦੋਂ ਆਪਾਂ ਭੱਜੀਆਂ ਵਾਹੀਂ ਦੀ ਗੱਲ ਕਰਦੇ ਹਾਂ ਜੀ, ਪੰਜਾਬ ਦਾ ਜੋ ਸੰਕਟ ਦਾ ਸਮਾਂ ਰਿਹਾ ਉਸ ਦੀ ਗੱਲ ਕਰਦੀ ਹੈ। ਅਤੇ ਭਾਈਆਂ ਨੂੰ ਜੋ ਜ਼ਮੀਨ ਜਾਇਦਾਦਾਂ ਲਈ ਝਗੜੇ ਹੋਏ ਨੇ ਜੀ ਉਸ ਦੌਰ ਦੇ ਵਿੱਚ ਜੀ, ਆਪਦੇ ਰੰਜਿਸ਼, ਆਪਦੀ ਦੁਸ਼ਮਣੀ, ਸ਼ਰੀਕੇਬਾਜ਼ੀ, ਜੋ ਭਾਈਆਂ ਦੁਆਰਾ ਦੂਸਰੇ ਭਰਾ ਨੂੰ ਖ਼ਤਮ ਕਰਨ ਦੀ ਗੱਲ, ਢਾਉਣ ਦੇ ਮਸਲੇ ਆਪਾਂ ਨੂੰ ਕਹਾਣੀਆਂ ਦੇ ਵਿੱਚ ਉਹ ਮਸਲਿਆਂ ਨੂੰ ਇਸ ਕਹਾਣੀ ਦੇ ਵਿੱਚ ਉਠਾਇਆ ਗਿਆ ਗਾ। ਆਪਾਂ ਗੱਲ ਕਰਦੇ ਹਾਂ ਜੀ ਅਗਲੇ ਕਹਾਣੀ ਸੰਗ੍ਰਹਿ ਦੀ, ਚੌਥੀ ਕੂਟ, ਜਿਸ ਦੇ ਵਿੱਚ ਜੀ 5 ਕਹਾਣੀਆਂ ਨੇ। ਤਾਂ ਚੌਥੀ ਕੂਟ ਪਰਛਾਵੇਂ ਹੁਣ ਠੀਕ ਠਾਕ ਹਾਂ, ਛੁੱਟੀ 9/12/10। ਇਸ ਸੰਗ੍ਰਹਿ ਦੇ ਵਿੱਚ ਜੀ
2000 ਦੇ ਵਿੱਚ ਇਹਨੂੰ ਕੀ ਹੋਇਆ ਸੀਗਾ, ਸਾਹਿਤ ਅਕਾਦਮੀ ਪੁਰਸਕਾਰ ਮਿਲਿਆ ਸੀਗਾ। ਚੌਥੀ ਕੂਟ ਦੀ ਆਪਾਂ ਗੱਲ ਕਰਦੇ ਹਾਂ ਤਾਂ ਇਹਦੇ ਵਿੱਚ ਦੀਆਂ ਕਹਿ ਲਓ ਜੀ ਪੰਜਾਬ ਸੰਕਟ ਦੇ ਨਾਲ ਸੰਬੰਧਿਤ ਕਹਾਣੀਆਂ ਕਿਹੜੀਆਂ ਕਿਹੜੀਆਂ। ਚੌਥੀ ਕੂਟ ਪਰਛਾਵੇਂ, ਮੈਂ ਹੁਣ ਠੀਕ ਹਾਂ ਅਤੇ ਛੁੱਟੀ। ਪੰਜਾਂ ਵਿੱਚੋਂ 4 ਕਹਾਣੀਆਂ ਕਾਹਦੇ ਨਾਲ ਸੰਬੰਧਿਤ ਨੇ ਜੀ, ਪੰਜਾਬ ਦਾ ਜੋ ਸੰਕਟ ਸੀਗਾ ਜੀ ਸਮਾਂ, ਉਸ ਦੇ ਨਾਲ ਸੰਬੰਧਿਤ ਨੇ। ਜਦੋਂ ਕਿ ਜਿਹੜੀ ਇੱਕ ਬਚਦੀ ਹੈ 9 12 10, ਇਹ ਦਲਿਤ ਵਰਗ ਦੇ ਜੀਵਨ ਕਥਾ ਨੂੰ ਕਹਿ ਲਓ ਜੀ ਕਥਾ ਵਸਤੂ ਬਣਾਇਆ ਗਿਆ। ਇਹਦੇ ਵਿੱਚ ਦਲਿਤ ਵਰਗ ਦੀ ਗੱਲ ਕੀਤੀ ਹੋਈ ਹੈ। ਇਸ ਕਹਾਣੀ ਦੇ ਰਾਹੀਂ ਬਰਿਆਮ ਸੰਧੂ ਨੇ ਜੋ ਆਪਣੀ ਵਾਸਤਵਿਕ ਫੈਂਟਸੀ ਸਿਰਜਣ ਦਾ ਯਤਨ ਕਰਦਾ, ਭਾਵ ਯਥਾਰਥਕ ਨੂੰ ਪੇਸ਼ ਕਰਨ ਦਾ ਜੋ ਉਹਦਾ ਉਪਰਾਲਾ ਗਾ, ਜੋ ਉਹਦੀ ਇੱਛਾ ਸੀ, ਉਸ ਨੂੰ ਪੇਸ਼ਕਾਰੀ ਕਰਦਾ। ਇਸ ਦੇ ਉਪਰੰਤ ਆਪਾਂ ਕਹਾਣੀਆਂ ਤੋਂ ਇਲਾਵਾ ਜੀ ਹੋਰ ਕੁਛ ਕਹਾਣੀਆਂ ਦਾ ਵੀ ਕਹਿ ਲਓ ਜੀ, ਕਹਾਣੀ ਸੰਗ੍ਰਹਿਾਂ ਤੋਂ ਇਲਾਵਾ ਕੁਝ ਕਹਾਣੀਆਂ ਆਮ ਹੀ ਕਹਿ ਲਓ ਜੀ 2 ਨਵੀਨ ਕਹਾਣੀਆਂ ਨੇ ਜੀ, ਜਮਰੌਦ ਅਤੇ ਰਿਮਝਿਮ ਪਰਬਤ ਸਿਰਲੇਖ ਹੇਠ ਲਿਖੀਆਂ ਨੇ ਜੀ। ਇਹ ਸੰਗ੍ਰਹਿ ਨੇ ਜੀ। ਇਹਨਾਂ ਤੋਂ ਬਿਨਾਂ ਜੀ 2 ਕਹਾਣੀਆਂ ਹੋਰ ਨੇ, ਕਿਹੜੀਆਂ ਕਿਹੜੀਆਂ, ਜਮਰੌਦ ਅਤੇ ਰਿਮਝਿਮ ਪਰਬਤ, ਇਹ ਨੋਟ ਕਰ ਲਿਓ ਜੀ। ਇਹਨਾਂ ਤੋਂ ਇਲਾਵਾ ਜੀ ਸੰਧੂ ਨੇ ਕਹਿ ਲਿਆ ਇਹ ਵੀ ਯਤਨ ਕਰਦੇ ਨੇ ਸਾਡਾ ਇਤਿਹਾਸ ਜਿਹੜਾ ਹੈਗਾ ਜੀ ਪੀੜ੍ਹੀਆਂ ਤੱਕ ਸਾਡੇ ਤੱਕ ਅਵਚੇਤਨ ਦਾ ਹਿੱਸਾ ਰਿਹਾ ਅਤੇ ਸਾਡੀ ਸ਼ਖਸੀਅਤ ਅਤੇ ਵਿਸਾਰ ਨੂੰ ਪ੍ਰਭਾਵਿਤ ਹੋ ਕੇ ਅਤੇ ਨਿਰਧਾਰਿਤ ਕਰਦਾ। ਕਿ ਆਪਾਂ ਗੱਲ ਕਰੀਏ ਇਤਿਹਾਸ ਨੇ ਸਾਡਾ ਬਹੁਤ ਯੋਗਦਾਨ ਪਾਇਆ, ਆਪਣੇ ਦਿਮਾਗ ਦੇ ਹਿੱਸੇ ਦੇ ਵਿੱਚ, ਅਵਚੇਤਨ ਦੇ ਹਿੱਸੇ ਵਿੱਚ ਪਿਆ, ਆਪਣੀ ਸ਼ਖਸੀਅਤ ਨੂੰ ਭਾਵ ਉਹਨੂੰ ਉਸਾਰਨ ਦੇ ਵਿੱਚ ਬਹੁਤ ਹੀ ਵੱਡਾ ਯੋਗਦਾਨ ਰਿਹਾ ਗਾ ਇਹਦਾ। ਤਾਂ ਉਸ ਦੀ ਉਹ ਗੱਲ ਕਰਦੇ ਆ। ਆਪਾਂ ਗੱਲ ਕਰਦੇ ਹਾਂ ਜੀ ਕੁਛ ਹੋਰ ਮਹੱਤਵਪੂਰਨ ਗੱਲਾਂ ਦੀ ਜੋ ਬਰਿਆਮ ਸੰਧੂ ਦੇ ਨਾਲ ਸੰਬੰਧਿਤ ਨੇ, ਉਹਨਾਂ ਦੇ ਆਪਾਂ ਜ਼ਿਕਰ ਕਰਦੇ ਹਾਂ। ਕਿ ਜਿਵੇਂ ਕਹਾਣੀ ਦੀ ਗੱਲ ਕਰਦੇ ਹਾਂ ਜੀ, ਚੌਥੀ ਕੂਟ, ਮੈਂ ਹੁਣ ਠੀਕ ਠਾਕ ਹਾਂ, ਇਹਦੇ ਆਧਾਰ 'ਤੇ ਚੌਥੀ ਕੂਟ ਨਾਂ ਦੀ ਫਿਲਮ ਬਣੀ ਹੈ ਜੀ। ਡਾਇਰੈਕਟਰ ਨਿਰਦੇਸ਼ਨ ਕਿਹਨੇ ਕੀਤਾ ਸੀ, ਉਹਦੀ ਆਪਾਂ ਗੱਲ ਕਰਦੇ ਹਾਂ ਜੀ, ਗੁਰਵਿੰਦਰ ਸਿੰਘ ਨੇ ਕੀਤਾ ਸੀ। ਇਹ ਤੁਸੀਂ ਯਾਦ ਰੱਖਿਓ ਕਿ ਯਾਰ ਫਿਲਮ ਦਾ ਨਾਂ ਪੁੱਛਿਆ ਜਾਂਦਾ ਜੀ, ਤਾਂ ਉਹਦਾ ਨਾਂ ਚੌਥੀ ਕੂਟ ਹੀ ਰੱਖਿਆ ਗਿਆ ਸੀ। ਆਪਾਂ ਗੱਲ ਕਰਦੇ ਹਾਂ ਜੀ ਬਰਿਆਮ ਸੰਧੂ ਨੇ, ਉਹਨਾਂ ਨੇ ਵਿਸ਼ੇਸ਼ ਤੌਰ 'ਤੇ ਕਿਸਾਨੀ ਦੇ ਵਿਭਿੰਨ ਪੱਖਾਂ ਨੂੰ ਆਪਣੀ ਰਚਨਾ ਦਾ ਵਿਸ਼ਾ ਵਸਤੂ ਬਣਾਇਆ। ਇਹਦੀ ਆਪਾਂ ਗੱਲ ਕਰ ਚੁੱਕੇ ਹਾਂ। ਉਸ ਤੋਂ ਇਲਾਵਾ ਕੀ ਕਰਦੇ ਹਾਂ ਜੀ, ਆਪਾਂ ਗੱਲ ਰਚਨਾ ਦ੍ਰਿਸ਼ਟੀ ਹੈ ਜੀ, ਉਹਨਾਂ ਨੇ ਨਵ ਪ੍ਰਗਤੀਵਾਦੀ ਰਹੀ ਹੈ। ਇਸ ਤੋਂ ਇਲਾਵਾ ਜੀ ਲੇਖਕ ਮਾਰਕਸਵਾਦੀ ਲੇਖਕ ਹੋਣ ਕਾਰਨ ਆਪਣੇ ਆਪ ਨੂੰ ਜੀ ਨਕਸਲਵਾੜੀ ਦੀ ਲਹਿਰ ਹੈ ਉਹ ਤੋਂ ਵੀ ਕਾਫੀ ਪ੍ਰਭਾਵਿਤ ਹੋਏ ਨੇ। ਅਤੇ ਆਪ ਨੇ ਨਕਸਲਵਾੜੀ ਲਹਿਰ ਦੀ ਗੱਲ ਕੀਤੀ ਹੈ। ਦਲਿਤ ਚੇਤਨਾ, ਪੰਜਾਬ ਦੇ ਸੰਕਟ ਦੇ ਬਾਰੇ ਬਹੁਤ ਚਰਚਿਤ ਕਹਿ ਲਓ ਜੀ ਕਹਾਣੀਆਂ ਨੂੰ ਆਪਣੇ ਕਹਾਣੀਆਂ ਦੇ ਵਿੱਚ ਵਿਸ਼ਾ ਬਣਾਇਆ ਗਾ ਅਤੇ ਪੇਸ਼ ਕੀਤਾ ਗਾ। ਇਸ ਤੋਂ ਇਲਾਵਾ ਜੀ ਆਪ ਨੇ ਜਿਹੜਾ ਹੈਗਾ ਜੀ ਪੰਜਾਬੀ ਸਾਹਿਤ ਜਗਤ ਵਿੱਚ ਲੰਮੀ ਕਹਾਣੀ ਲਿਖਣ ਦੀ ਪਿਰਤ ਪਾਈ ਹੈ। ਇਹ ਯਾਦ ਰੱਖਿਓ ਜੀ, ਲੰਮੀ ਕਹਾਣੀ ਲਿਖਣ ਦੀ ਪਿਰਤ ਪਾਉਣ ਵਾਲਾ ਕੌਣ ਇਨਸਾਨ ਹੈ, ਤਾਂ ਉਹਦਾ ਆਨਸਰ ਹੈਗਾ ਜੀ ਬਰਿਆਮ ਸਿੰਘ ਸੰਧੂ ਨੇ। ਪੰਜਾਬੀ ਸਾਹਿਤ ਵਿੱਚ ਲੰਮੀ ਕਹਾਣੀ ਲਿਖਣ ਦੀ ਪਿਰਤ ਕਿਸ ਨੇ ਪਾਈ ਹੈ, ਤਾਂ ਬਰਿਆਮ ਸਿੰਘ ਸੰਧੂ ਨੇ। ਕਹਾਣੀ ਦੇ ਵਿੱਚ ਜੀ ਫੈਂਟਸੀ ਦੀ ਜੁਗਤ ਉਹਨਾਂ ਨੇ ਬਾਖੂਬੀ ਨਿਭਾਈ ਹੈ। ਠੀਕ ਹੈ, ਉਹਨਾਂ ਦੀਆਂ ਰਚਨਾਵਾਂ ਹਿੰਦੀ, ਅੰਗਰੇਜ਼ੀ, ਉਰਦੂ ਅਤੇ ਬੰਗਾਲੀ ਵਿੱਚ ਅਨੁਵਾਦ ਹੋ ਚੁੱਕੀਆਂ ਨੇ। ਇਹ ਕੁਛ ਮਹੱਤਵਪੂਰਨ ਗੱਲਾਂ ਸੀ, ਹੋਰ ਆਪਾਂ ਚਰਚਾ ਕਰਦੇ। ਇਸ ਤੋਂ ਇਲਾਵਾ ਜੀ ਉਹਨਾਂ ਨੇ ਪੰਜਾਬੀ ਕਹਾਣੀ ਦੇ ਮੁਹਾਂਦਰੇ ਨੂੰ ਬਿਲਕੁਲ ਬਦਲ ਕੇ ਰੱਖ ਦਿੱਤਾ। ਤੁਸੀਂ ਸਾਰਿਆਂ ਨੇ ਪਤਾ ਹੈਗਾ, ਪਹਿਲਾਂ ਕਹਾਣੀ ਦਾ ਲੰਮੀ ਕਹਾਣੀ ਦੇ ਉਹਨਾਂ ਨੇ ਜ਼ਿਕਰ ਕੀਤਾ ਗਾ, ਜਿਸ ਦਾ ਉਹਨਾਂ ਨੇ ਆਪਣੀਆਂ ਕਹਾਣੀਆਂ ਵਿੱਚ ਪੇਂਡੂ ਸਮਾਜ ਦੇ ਵਿੱਚ ਛੋਟੀ ਕਿਸਾਨੀ, ਕਿਰਤੀਆਂ ਅਤੇ ਨਿਮਨ ਮੱਧ ਵਰਗੀ ਪਾਤਰਾਂ ਨੂੰ ਦੇ ਜੋ ਦੁਖਾਂਤ ਹੈ ਉਹਨੂੰ ਬੜੀ ਡੂੰਘਾਈ ਦੇ ਨਾਲ ਬਿਆਨ ਕੀਤਾ ਗਾ। ਆਪਾਂ ਹੋਰ ਗੱਲ ਕਰਦੇ ਹਾਂ ਤਾਂ ਬਰਿਆਮ ਸੰਧੂ ਦੇ ਸਫ਼ਰਨਾਮੇ ਦੀ ਗੱਲ ਕਰਦੇ ਹਾਂ। ਜੀਵਨੀ ਦਾ ਵੀ ਜ਼ਿਕਰ ਆਉਂਦਾ ਜੀ, ਆਲੋਚਨਾ ਦੀਆਂ ਕਿਤਾਬਾਂ ਦਾ ਜ਼ਿਕਰ ਆਉਂਦਾ ਜੀ, ਉਹਨਾਂ ਦੇ ਬਾਰੇ ਤੁਹਾਨੂੰ ਜਾਣਕਾਰੀ ਦਿੱਤੀ ਹੋਈ ਹੈ। ਅਤੇ ਲੰਮੀ ਕਹਾਣੀ ਦੇ ਨੇ ਕਹਿ ਲਓ ਜੀ ਸੋਧ ਨੂੰ ਬੇਹੱਦ ਪ੍ਰਸਿੱਧ ਅਤੇ ਪ੍ਰਵਾਨਗੀ ਹਾਸਲ ਕਰਵਾਈ ਹੈ। ਆਪਾਂ ਬਰਿਆਮ ਸੰਧੂ ਦੀ ਆਪਾਂ ਗੱਲ ਕੀਤੀ ਹੈ। ਲੰਮੀ ਕਹਾਣੀ ਦੀ ਪ੍ਰਸਿੱਧੀ ਕਿਹਨਾਂ ਦੇ ਕਰਕੇ ਹੁੰਦੀ ਹੈ, ਤਾਂ ਬਰਿਆਮ ਸੰਧੂ ਦੇ ਕਰਕੇ ਹੁੰਦੀ ਹੈ। ਇਹ ਤੁਸੀਂ ਯਾਦ ਰੱਖਿਓ ਜੀ, ਤਾਂ ਉਹਨੂੰ ਲੰਮੀ ਕਹਾਣੀ ਦਾ ਦਰਜਾ ਅਤੇ ਪ੍ਰਸਿੱਧੀ ਦਿੰਦੀ ਹੈ। ਹੁਣ ਆਪਾਂ ਗੱਲ ਕਰਦੇ ਹਾਂ ਜੀ ਅੰਗ ਸੰਗ ਕਹਾਣੀ ਦੇ ਬਾਰੇ। ਇਹਦੀ ਗੱਲ ਕਿਉਂ ਕਰਦੇ ਹਾਂ ਜੀ, ਇਹ ਪੰਜਾਬ ਬੋਰਡ ਦੀਆਂ ਕਿਤਾਬਾਂ ਦੇ ਵਿੱਚ ਸ਼ਾਮਲ ਹੈ। ਤਾਂ ਇਹਦੇ ਵਿਸ਼ੇ ਦੇ ਬਾਰੇ ਅਤੇ ਇਹਦੇ ਪਾਤਰਾਂ ਦੇ ਬਾਰੇ ਮਾੜੀ ਜਿਹੀ ਗੱਲਬਾਤ ਕਰ ਲੈਂਦੇ ਹਾਂ। ਇਹ ਕਹਾਣੀ ਕਹਿ ਲਓ ਜੀ ਲੇਖਕ ਨੇ ਛੋਟੇ ਕਿਸਾਨ ਪਰਿਵਾਰ ਦੀਆਂ ਤੰਗੀਆਂ, ਤਰੁਸ਼ੀਆਂ, ਮਜਬੂਰੀਆਂ, ਨਸ਼ੇ ਦੀਆਂ ਜੋ ਭੈੜੀਆਂ ਕਹਿ ਲਓ ਜੀ ਆਦਤਾਂ ਦੇ ਕਾਰਨ ਮੰਦਹਾਲੀ ਜੋ ਹੁੰਦੀ ਹੈ, ਠੀਕ ਹੈ, ਉਸ ਨੂੰ
ਬਾਖੂਬੀ ਪੇਸ਼ ਕੀਤਾ ਗਾ। ਅੰਗ ਸੰਗ ਕਹਾਣੀ ਦੇ ਵਿੱਚ ਆਪਾਂ ਕਰਤਾਰ ਸਿੰਘ ਨਸ਼ਿਆਂ ਦਾ ਆਦੀ ਹੋ ਚੁੱਕਿਆ ਜੀ। ਆਪਾਂ ਜਦੋਂ ਕਹਾਣੀ ਦੀ ਗੱਲ ਕਰਦੇ ਹਾਂ ਤਾਂ ਉਹਦੇ ਵਿੱਚ ਇੱਕ ਪਾਤਰ ਹੈ ਜੋ ਕਰਤਾਰ ਸਿੰਘ ਨਸ਼ਿਆਂ ਦਾ ਆਦੀ ਹੋ ਚੁੱਕਿਆ। ਉਸ ਨੂੰ ਆਪਣੀ ਜ਼ਿੰਦਗੀ ਤੋਂ ਛੋਟੀ ਉਮਰੇ ਹੀ ਹੱਥ ਧੋਣੇ ਪੈਂਦੇ ਆ। ਫਿਰ ਕੀ ਹੋ ਜਾਂਦਾ ਗਾ, ਨਸ਼ੇ ਕਰੂਗਾ ਤਾਂ ਖ਼ਤਮ ਹੋ ਜਾਊਗਾ। ਉਸ ਦੀ ਮੌਤ ਤੋਂ ਬਾਅਦ ਜੀ ਉਸ ਦਾ ਪੁੱਤਰ ਅਮਰੀਕ ਸਿੰਘ ਜੋ ਕਿ ਸਰਕਾਰੀ ਨੌਕਰੀ ਕਰਦਾ ਹੈ ਅਤੇ ਬਹੁਤਾ ਘਰੋਂ ਬਾਹਰ ਹੀ ਰਹਿੰਦਾ ਗਾ। ਫਿਰ ਉਹ ਕੁਦਰਤੀ ਗੱਲ ਹੈ ਕਿ ਜਾਂ ਕੋਈ ਸਰਕਾਰੀ ਕੰਮ ਕਰੇਗਾ ਤਾਂ ਉਹਨੂੰ ਦਫ਼ਤਰ ਜਾਣਾ ਪਏਗਾ, ਤਾਂ ਘਰੋਂ ਬਾਹਰ ਹੀ ਰਹੇਗਾ। ਉਹ ਦੇ ਸਿਰ 'ਤੇ ਸਾਰੀਆਂ ਜ਼ਿੰਮੇਵਾਰੀਆਂ, ਹੁਣ ਸਾਰੀ ਜ਼ਿੰਮੇਵਾਰੀ ਕਿਹਦੀ ਆਊਗੀ? ਉਹਦੇ ਪੁੱਤਰ ਦੇ ਜੀ। ਠੀਕ ਹੈ, ਅਮਰੀਕ ਸਿੰਘ ਦੇ ਆ ਗਈਆਂ ਜਾਂਦੀਆਂ ਮੁਸੀਬਤਾਂ ਦਾ ਪਹਾੜ ਟੁੱਟ ਪੈਂਦਾ ਜੀ। ਕੁਦਰਤੀ ਗੱਲ ਹੈ ਕਿ ਜਦੋਂ ਪਿਤਾ ਪਹਿਲਾਂ ਨਸ਼ੇ ਕਰਦਾ ਸੀ, ਫਿਰ ਉਸ ਤੋਂ ਬਾਅਦ ਐਕਸਪਾਇਰ ਹੋ ਜਾਂਦਾ, ਤਾਂ ਕੁਦਰਤੀ ਗੱਲ ਹੈ ਕਿ ਉਹ ਬਹੁਤ ਸਾਰੀਆਂ ਮੁਸੀਬਤਾਂ ਉਹਦੇ ਸਿਰ ਆ ਜਾਣਗੀਆਂ, ਜ਼ਿੰਮੇਵਾਰੀਆਂ ਆ ਜਾਣਗੀਆਂ। ਨਾਲ ਹੀ ਛੋਟੀ ਭੈਣ ਦੇ ਵਿਆਹ ਦੀ ਜ਼ਿੰਮੇਵਾਰੀ ਵੀ ਅਮਰੀਕ ਨੇ ਨਿਭਾਉਣੀ ਸੀ ਅਤੇ ਪਿਤਾ ਦੀ ਮੌਤ ਤੋਂ ਬਾਅਦ ਉਹ ਆਪਣੇ ਆਪ ਨੂੰ ਕੋਸਦਾ ਕਿ ਜੇ ਉਸਦਾ ਪਿਤਾ ਜਿਉਂਦੇ ਜੀ ਉਸ ਵੱਲ ਧਿਆਨ ਦਿੰਦਾ ਤਾਂ ਸ਼ਾਇਦ ਉਸ ਨੂੰ ਅਤੇ ਉਸਦੇ ਪਰਿਵਾਰ ਨੂੰ ਇਹ ਦਿਨ ਨਾ ਦੇਖਣੇ ਪੈਂਦੇ। ਇਹ ਕੋਸ਼ਿਸ਼ ਕੀਤੀ ਹੈ ਜੀ ਉਸਨੇ ਕਿ ਸੰਦੇਸ਼ ਦੇਣ ਦੀ ਕਿ ਲੋਕਾਂ ਨੂੰ ਨਸ਼ਿਆਂ ਨੂੰ ਜਿਹੜਾ ਹੈਗਾ ਤਿਆਗਣਾ ਚਾਹੀਦਾ। ਅਤੇ ਜਾਂ ਕਹਿੰਦੇ ਉਹਦਾ ਪਿਓ ਜਾਂ ਨਸ਼ੇ ਨਾ ਕਰਦਾ ਤਾਂ ਹੋ ਸਕਦਾ ਸੀ, ਕਹਿੰਦਾ ਅਮਰੀਕ ਸਿੰਘ, ਕਿ ਸਾਡਾ ਪਰਿਵਾਰ ਨੂੰ ਇਹ ਗਰੀਬੀ ਦੇ ਭਾਵ ਇਹ ਜੋ ਕਹਿ ਲਓ ਜੀ ਮੁਸੀਬਤਾਂ ਝੱਲਣੀਆਂ ਪੈਂਦੀਆਂ, ਇਹ ਨਾ ਝੱਲਣੀਆਂ ਪੈਂਦੀਆਂ। ਉਹ ਵੀ ਜਿਉਂਦਾ ਰਹਿੰਦਾ ਅਤੇ ਜਿਹੜਾ ਜੋ ਨੌਕਰੀ ਕਰਦੇ ਉਸ ਨੂੰ ਹੋਰ ਕਹਿ ਲਓ ਜੀ ਭੈਣ ਦੇ ਵਿਆਹ ਦੀ ਚਿੰਤਾ, ਹੋਰ ਕੰਮ ਕਰਨੇ ਪੈਂਦੇ ਨੇ, ਉਹ ਵੀ ਸ਼ਾਇਦ ਨਾ ਹੁੰਦੇ ਅਤੇ ਹੋਰ ਜਿਹੜੀਆਂ ਮੁਸੀਬਤਾਂ ਉਹਨਾਂ ਨੂੰ ਆਉਂਦੀਆਂ ਨੇ ਜੋ ਇਸ ਕਹਾਣੀ ਦੇ ਵਿੱਚ ਪੇਸ਼ ਕੀਤੀਆਂ ਨੇ ਉਹ ਵੀ ਨਾ ਦੇਖਣੀਆਂ ਪੈਂਦੀਆਂ। ਤਾਂ ਇਹ ਕਹਾਣੀ ਦਾ ਵਿਸ਼ਾ ਰਿਹਾ ਜੀ। ਤਾਂ ਉਮੀਦ ਹੈ ਸਾਰਿਆਂ ਨੂੰ ਸਮਝ ਆ ਗਈ ਹੋਏਗੀ। ਧੰਨਵਾਦ ਜੀ ਵੀਡੀਓ ਨੂੰ ਵੇਖਣ ਦੇ ਲਈ। ਤੁਸੀਂ ਜੋ ਇਹਨਾਂ ਸਹਿਯੋਗ ਦੇ ਰਹੇ ਹੋ ਅਤੇ ਆਪਣੀਆਂ ਜੋ ਕਲਾਸਾਂ ਇਸ ਤੋਂ ਇਲਾਵਾ ਚੱਲ ਰਹੀਆਂ ਨੇ ਜੀ, ਪੰਜਾਬੀ ਨੈੱਟ ਦੇ ਨਾਲ ਸੰਬੰਧਿਤ ਚੱਲ ਰਹੀਆਂ ਨੇ, ਟੈਟ ਦੇ ਨਾਲ ਸੰਬੰਧਿਤ ਚੱਲ ਰਹੀਆਂ ਨੇ, ਜਾਂ ਤੁਸੀਂ ਜੁਆਇਨ ਕਰਨਾ ਤਾਂ ਵਟਸਐਪ ਗਰੁੱਪ ਜੁਆਇਨ ਕਰ ਸਕਦੇ ਹੋ। ਤਾਂ ਉਹਦੇ ਲਈ ਤੁਸੀਂ ਆਪਣਾ ਨੰਬਰ ਤੋਂ ਜੀ, ਜੋ ਨੰਬਰ ਤੁਹਾਡੀ ਸਕਰੀਨ 'ਤੇ ਸ਼ੋਅ ਹੋ ਰਿਹਾ, ਇਸ 'ਤੇ ਨੰਬਰ 'ਤੇ ਸੈਂਡ ਕਰ ਸਕਦੇ ਹੋ ਆਪਦਾ ਨਾਮ ਅਤੇ ਸਿਟੀ ਦਾ ਨੇਮ। ਫਿਰ ਤੁਹਾਨੂੰ ਗਰੁੱਪ ਦੇ ਵਿੱਚ ਐਡ ਕਰ ਲਿਆ ਜਾਏਗਾ, ਆਪਦੀ ਡਿਟੇਲ ਦੇ ਸਕਦੇ ਹੋ, ਤਾਂ ਫਿਰ ਉਸ ਤੋਂ ਬਾਅਦ ਤੁਹਾਨੂੰ ਗਰੁੱਪ ਜੁਆਇਨ ਕਰ ਸਕਦੇ ਹੋ ਜੀ। ਇਹ ਤੁਹਾਡੀ ਸਕਰੀਨ 'ਤੇ ਨੰਬਰ ਦਿੱਤਾ ਹੋਇਆ ਗਿਆ ਜੀ, ਤਾਂ ਇਸ 'ਤੇ ਤੁਸੀਂ ਮੈਸੇਜ ਕਰ ਸਕਦੇ ਹੋ। ਇਸ ਤੋਂ ਇਲਾਵਾ ਜ਼ਿਆਦਾ ਜਾਣਕਾਰੀ ਲੈਣੀ ਹੋਵੇ ਜੀ, ਧਾਲੀਵਾਲclasses.com ਆਪਣੀ ਜੋ ਵੈਬਸਾਈਟ ਹੈ ਉਸ 'ਤੇ ਜਾ ਸਕਦੇ ਹੋ। ਵੀਡੀਓ ਨੂੰ ਲਾਈਕ ਕਰਨਾ ਜੀ, ਦੋਸਤਾਂ ਦੇ ਨਾਲ ਸ਼ੇਅਰ ਕਰ ਦੇਣਾ ਕਿ ਜੋ ਆਪਾਂ ਜਾਣਕਾਰੀ ਦੇ ਰਹੇ ਹਾਂ ਜੀ ਮਾਸਟਰ ਕੈਡਰ ਦੇ ਬਾਰੇ, ਕਿ ਇਹਨੇ ਵਧੀਆ ਤਰੀਕੇ ਨਾਲ ਲੈਕਚਰ ਤੁਹਾਡੇ ਚੱਲ ਰਹੇ ਨੇ। ਤੁਸੀਂ ਟੈਸਟਾਂ ਦੀ ਤਿਆਰੀ ਕਰ ਰਹੇ ਹੋ, ਸਮੇਂ ਦੇ ਟੈਸਟ ਹੁੰਦੇ ਨੇ, ਤਾਂ ਆਉਣ ਵਾਲਾ ਟੈਸਟ ਵੀ ਇਹ ਥੋੜ੍ਹੇ ਦਿਨਾਂ ਤੱਕ ਹੋਏਗਾ। ਕਹਾਣੀਕਾਰਾਂ ਦਾ ਲਵਾਂਗੇ ਜੀ ਪਹਿਲਾਂ 5 ਦਾ, ਫਿਰ ਉਸ ਤੋਂ ਬਾਅਦ 13 ਸਮੁੱਚੇ ਕਹਾਣੀਕਾਰ, ਜੋ 13 ਦੇ 13 ਕਹਾਣੀਕਾਰ ਨੇ ਜੀ ਮਾਸਟਰ ਕੈਡਰ ਦੇ ਸਿਲੇਬਸ, ਉਹਨਾਂ ਦਾ ਟੈਸਟ ਹੋਏਗਾ। ਤਾਂ ਉਹਨਾਂ ਦੀ ਤਿਆਰੀ ਕਰਕੇ ਰੱਖੋ ਜੀ। 24 ਤਰੀਕ ਤੋਂ ਬਾਅਦ ਆਪਾਂ ਲਵਾਂਗੇ। ਤਾਂ ਸਾਰਿਆਂ ਨੂੰ ਉਮੀਦ ਕਰਦਾ ਕਿ ਸਾਰਿਆਂ ਨੂੰ ਇਹ ਪਸੰਦ ਆਇਆ ਹੋਵੇਗਾ ਆਪਣਾ ਉਪਰਾਲਾ, ਅਤੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਕੇ ਰੱਖੋ ਜੀ। ਤੁਹਾਨੂੰ ਬਹੁਤ ਸਾਰੀ ਜਾਣਕਾਰੀ ਇਸ ਦੇ ਥਰੂ ਮਿਲਦੀ ਹੈ। ਤਾਂ ਜੇਕਰ ਚੈਨਲ ਸਬਸਕ੍ਰਾਈਬ ਹੋਏਗਾ ਤਾਂ ਜੋ ਵੀ ਆਪਾਂ ਕੋਈ ਨਵੀਂ ਜਾਣਕਾਰੀ ਦਿੰਦੇ ਹਾਂ ਤੁਹਾਡੇ ਤੱਕ ਸਿੱਧੀ ਪਹੁੰਚ ਜਾਂਦੀ ਹੈ। ਤਾਂ ਵੇਟ ਕਰਨਾ ਜੀ ਅਗਲੀ ਵੀਡੀਓ ਵਿੱਚ, ਤਾਂ ਉਸ ਦੇ ਵਿੱਚ ਆਪਾਂ ਗੱਲ ਕਰਾਂਗੇ ਅਗਲੇ ਕਹਾਣੀਕਾਰ ਦੀ। ਧੰਨਵਾਦ ਜੀ।